ਨਾਮੇ ਦੀ ਕਥਾ। ਸਾਹਿਬ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਹਾਦਰ ਹੋਤ ਜਹਾਂ ਸਿਮਰੇ ਸੁਖ ਸਾਗਰ ਜਾਹਿ ਪਿਖੇ ਸੁਰ ਸਾਦਰ। ਸਾਧ ਰਚੇ ਇਕ ਆਤਮ ਗਿਆਨ ਵੱਡੀ ਵਿਸ਼ਿਆ ਤਪ ਕੋ ਬੜ ਬਾਦਰ। ਬਾਦ ਰਹਿ ਸਿੱਖ ਹੋਇ ਨਰ ਜੋ ਜਿਨ ਜਾਣਿਓ ਨਹੀਂ ਜੋ ਇਹੀ ਜਗ ਕਾਦਰ। ਕਾ ਦਰ ਹੈ ਜਮ ਕੋ ਤਿਨ ਭੀਤਰ ਅੰਤ ਭਜੇ ਗੁਰੂ ਤੇਗ ਬਹਾਦਰ। ਕਾ ਦਰ ਹੈ ਜਮ ਕੋ ਤਿਨ ਭੀਤਰ ਅੰਤ ਭਜੇ ਗੁਰੂ ਤੇਗ ਬਹਾਦਰ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹੋ। ਸੋਰਠ ਮਹੱਲਾ ਪੰਜਵਾਂ। ਗੁਰਪੂਰਾ ਭੇਟਿਓ ਵਡ ਭਾਗੀ ਮਨ ਹੈ ਭਇਆ ਪਰਗਾਸਾ। ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਭਰਵਾਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦੁਆਰਾ ਆਪਾਂ ਸਾਰੇ ਹੀ ਸੰਗਤ ਰੂਪ ਦੇ ਵਿੱਚ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗੁਰਬਾਣੀ ਸਰੂਪ ਸਤਿਗੁਰੂ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਸ਼ਬਦ ਗੁਰੂ ਸ਼ਬਦਾ ਅਵਤਾਰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਅੰਮ੍ਰਿਤ ਵੇਲੇ ਸਤਿਗੁਰਾਂ ਦੇ ਸੁੰਦਰ ਪ੍ਰਕਾਸ਼ ਦੀ ਸੇਵਾ ਉਪਰੰਤ ਨਿਤਨੇਮ ਆਸਾ ਜੀ ਦੀ ਵਾਰ ਦੇ ਹਰ ਜਸ ਕੀਰਤਨ ਉਸ ਤੋਂ ਉਪਰੰਤ ਜੋ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਕੀਤੇ ਗਏ ਸਨ
ਉਹਨਾਂ ਦੇ ਖੁੱਲ੍ਹੇ ਪੰਡਾਲਾਂ ਦੇ ਅੰਦਰ ਅੱਜ ਭੋਗ ਪਾਏ ਗਏ ਹਨ। ਅਰਦਾਸ ਬੇਨਤੀ ਤੋਂ ਉਪਰੰਤ ਸਤਿਗੁਰਾਂ ਨੇ ਮੁੱਖ ਵਾਕ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕੀਤੀ ਹੈ। ਉਸ ਦੀ ਵਿਚਾਰ ਦੇ ਨਾਲ ਆਪਾਂ ਜੁੜਨ ਦੇ ਯਤਨ ਕਰਨੇ ਹਨ। ਉਸ ਤੋਂ ਪਹਿਲਾਂ ਜੋ ਆਪਾਂ ਇਹ ਸਮਾਗਮ 400 ਸਾਲਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੇ ਜੀਵਨ ਦੇ ਵਿੱਚੋਂ ਕੁਝ ਕੁ ਝਲਕਾਂ ਸਾਂਝੀਆਂ ਕਰੀਏ। ਜਿਵੇਂ ਆਪ ਜੀ ਪਿੱਛੇ ਤਸਵੀਰਾਂ ਦੇ ਦਰਸ਼ਨ ਕਰ ਰਹੇ ਹੋ, ਇਹ ਸਿੱਖ ਮੱਖਣ ਸ਼ਾਹ ਲੁਬਾਣੇ ਦੀ ਤਸਵੀਰ ਔਰ ਨਾਲ ਅੱਖਰ ਲਿਖੇ ਹਨ ਗੁਰੂ ਲਾਧੋ ਰੇ। ਇਹ ਭਾਈ ਮੱਖਣ ਸ਼ਾਹ ਲੁਬਾਣਾ ਵਪਾਰੀ ਸੀ, ਵਪਾਰ ਕਰਦਾ ਸੀ ਦੇਸਾਂ ਪ੍ਰਦੇਸਾਂ ਦੇ ਵਿੱਚ, ਔਰ ਇਸੇ ਵਪਾਰ ਦੇ ਦੌਰਾਨ ਹੀ ਸਮੁੰਦਰ ਦੇ ਵਿੱਚ ਇਹ ਕਿਸੇ ਬੇੜੇ ਦੇ ਵਿੱਚ ਸਵਾਰ ਆਪਣੇ ਵਪਾਰ ਨੂੰ ਲੈ ਕੇ ਅਚਨਚੇਤ ਸਮੁੰਦਰ ਦੇ ਵਿੱਚ ਲਹਿਰਾਂ ਉੱਠਣੀਆਂ ਸ਼ੁਰੂ ਹੋ ਗਈਆਂ, ਜਿਵੇਂ ਸੁਨਾਮੀ ਆ ਜਾਂਦੀ ਹੈ। ਇਹ ਬੜਾ ਘਬਰਾਇਆ, ਡਰ ਗਿਆ। ਇਸ ਨੇ ਅਰਦਾਸ ਕੀਤੀ ਕਿ ਜੋ ਵੀ ਗੁਰੂ ਨਾਨਕ ਦੀ ਗੱਦੀ ਤੇ ਇਸ ਵਕਤ ਵਾਰਸ ਹੈ, ਉਹਨਾਂ ਦੇ ਦਰ ਤੇ ਮੈਂ 500 ਮੋਹਰ ਭੇਟਾ ਕਰਾਂਗਾ, ਮੇਰਾ ਜਹਾਜ਼ ਪਾਰਲੇ ਕਿਨਾਰੇ ਲੱਗ ਜਾਏ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬਾਬੇ ਬਕਾਲੇ ਸਾਹਿਬ ਦੀ ਧਰਤੀ ਤੇ ਬੈਠੇ। ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਇਹ ਉਹ ਗੁਰੂ ਹੈ ਜੋ ਸਭ ਥਾਵਾਂ ਤੇ ਸਹਾਇਤਾ ਕਰਦਾ। ਸਤਿਗੁਰਾਂ ਨੇ ਕਿਰਪਾ ਕੀਤੀ, ਇਹਦਾ ਜਹਾਜ਼ ਪਾਰ ਲੱਗ ਗਿਆ। ਬੜੀ ਇਹਦੇ ਮਨ ਦੇ ਵਿੱਚ ਪ੍ਰਸੰਨਤਾ ਹੋਈ ਕਿ ਸਤਿਗੁਰਾਂ ਦੇ ਦਰਸ਼ਨ ਕਰਕੇ ਆਈਏ। ਇਸ ਨੂੰ ਪਤਾ ਚੱਲਿਆ ਸੀ ਕਿ ਬਾਬੇ ਬਕਾਲੇ ਦੇ ਅੰਦਰ ਇਸ ਵਕਤ ਜੋ ਨੌਵੇਂ ਨਾਨਕ ਦਾ ਸਰੂਪ ਨੇ ਉੱਥੇ ਨੇ। ਜਦੋਂ ਬਾਬੇ ਬਕਾਲੇ ਸਾਹਿਬ ਦੇ ਵਿੱਚ ਪਹੁੰਚਿਆ ਤੇ ਕੀ ਦੇਖਦਾ, ਉੱਥੇ 22 ਗੁਰੂ ਬਣੇ ਬੈਠੇ, ਮੰਜੀਆਂ ਲੱਗੀਆਂ ਹਨ। ਕੋਈ ਕਹਿੰਦਾ ਮੈਂ ਨਾਨਕ ਹਾਂ, ਕੋਈ ਕਵੇ ਮੈਂ ਨਾਨਕ ਹਾਂ। ਪਰ ਜਿਹੜੇ ਪੂਰੇ ਸਿੱਖ ਹੁੰਦੇ ਐ, ਜਿਨ੍ਹਾਂ ਦੀ ਸ਼ਰਧਾ ਤੇ ਭਾਵਨਾ ਹੁੰਦੀ ਹੈ, ਉਹ ਗੁਰੂ ਤੱਕ ਪਹੁੰਚ ਹੀ ਜਾਂਦੇ ਆ। ਇਸ ਨੇ ਵੇਖਿਆ 5-5 ਮੋਹਰਾਂ ਦਾ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ। ਜਿਹਦੇ ਕੋਲ ਜਾਵੇ 5 ਮੋਹਰਾਂ ਦਾ ਮੱਥਾ ਟੇਕ ਦੇਵੇ। ਇਦਾਂ ਟੇਕਦਿਆਂ ਕੋਈ ਨਹੀਂ ਬੋਲਿਆ। ਅਖੀਰ ਤੇ ਇਸ ਨੇ ਪੁੱਛਿਆ ਵੀ ਕੋਈ ਹੋਰ ਵੀ ਇੱਥੇ ਰਹਿੰਦਾ ਹੈ, ਕੋਈ ਸਾਧੂ, ਕੋਈ ਮਹਾਤਮਾ, ਕੋਈ ਫਕੀਰ। ਫਿਰ ਕਿਸੇ ਨੇ ਦੱਸਿਆ ਵੀ ਇਹਦੋਂ ਥੋੜਾ ਅੱਗੇ ਇੱਕ ਸਾਧੂ ਰਹਿੰਦਾ ਹੈ। ਦਿਨ ਦੇ ਵਿੱਚ 1-2 ਵਾਰ ਹੀ ਉਹ ਬਾਹਰ ਨਜ਼ਰ ਆਉਂਦਾ ਹੈ। ਪਹਿਰੇ ਤੇ ਇੱਕ ਮਾਤਾ ਹੈ ਤੇ ਉਸ ਦੇ ਦਰਸ਼ਨ ਕਰ ਲਾ ਜਾ ਕੇ। ਜਦੋਂ ਉੱਥੇ ਪਹੁੰਚਿਆ, ਪਹਿਰੇ ਤੇ ਮਾਤਾ ਗੁਜਰ ਕੌਰ ਜੀ ਸਨ। ਬੇਨਤੀ ਕੀਤੀ ਕਿ ਦਰਸ਼ਨ ਕਰਨੇ ਹਨ ਤੇ ਸਤਿਗੁਰੂ ਜੀ ਕਹਿਣ ਲੱਗੇ ਵੀ ਇਸ ਨੂੰ ਆਉਣ ਦਿਓ ਅੱਗੇ। ਜਦੋਂ ਸਤਿਗੁਰਾਂ ਦੇ ਸਾਹਮਣੇ ਗਿਆ, 5 ਮੋਹਰਾਂ ਰੱਖ ਕੇ ਮੱਥਾ ਟੇਕਿਆ ਤੇ ਅੰਤਰਜਾਮੀ ਸਤਿਗੁਰੂ ਕਹਿਣ ਲੱਗੇ ਵੀ 5 ਨਹੀਂ 500 ਸੁਖੀਆਂ ਸੀ। ਜਦੋਂ ਇੰਨਾ ਬਚਨ ਕੀਤਾ ਤੇ ਫਿਰ ਇਹਨੂੰ ਪਤਾ ਚੱਲ ਪਿਆ ਵੀ ਅਸਲੀ ਤੇ ਇਹ ਨੇ, ਬਾਕੀ ਤੇ ਬਾਹਰ ਜਿਹੜਾ ਉਹ ਪਖੰਡੀ ਚੱਲਦਾ। ਉਸ ਸਮੇਂ ਫਿਰ ਇਸ ਨੇ ਬਾਹਰ ਨਿਕਲ ਕੇ ਕੋਠੇ ਤੇ ਚੜ੍ਹ ਕੇ ਉੱਚੀ ਉੱਚੀ ਰੌਲਾ ਪਾਇਆ, ਗੁਰ ਲਾਧੋ ਰੇ, ਗੁਰ ਲਾਧੋ ਰੇ। ਗੁਰੂ ਲੱਭ ਪਿਆ ਵੀ ਸੱਚਾ ਗੁਰੂ ਇੱਧਰ ਜੇ। ਤੇ ਸੱਚੇ ਗੁਰੂ ਤੋਂ ਬਿਨਾਂ ਢੋਈ ਆਸਰਾ ਨਹੀਂ ਮਿਲਦਾ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਬਚਨ ਹਨ, ਢੋਈ ਤਿਸ ਹੀ ਨੋ ਮਿਲੈ ਜਿਨ ਸੱਚਾ ਗੁਰੂ ਲੱਭਾ। ਜਿਨ੍ਹਾਂ ਨੂੰ ਸੱਚਾ ਗੁਰੂ ਮਿਲ ਪਿਆ, ਉਹਨਾਂ ਨੂੰ ਹੀ ਆਸਰਾ ਮਿਲਦਾ। ਇਹ ਸਾਖੀ ਆਪਾਂ ਸੁਣੀ ਹੈ, ਔਰ ਇਹ ਸਾਖੀ ਦਾ ਭਾਵ ਕੀ ਹੈ?
ਜੀਵਨ ਜਿਹੜਾ ਜੀਵਨ ਦਾ ਬੇੜਾ ਸਾਡਾ ਵੀ ਸਮੁੰਦਰ ਦੇ ਵਿੱਚ ਹੀ ਹੈ। ਸਾਡਾ ਇਹ ਸੰਸਾਰ ਸਮੁੰਦਰ ਦੇ ਵਿੱਚ ਹੈ। ਮੱਖਣ ਸ਼ਾਹ ਨੂੰ ਲਹਿਰਾਂ ਤੰਗ ਕਰਦੀਆਂ, ਸਾਨੂੰ ਸੁੱਖ ਦੁੱਖ ਦੀਆਂ ਲਹਿਰਾਂ ਤੰਗ ਕਰਦੀਆਂ। ਜੀਵਨ ਸਾਡਾ ਵੀ ਜਿਹੜਾ ਬੇੜਾ ਉਹ ਸਮੁੰਦਰ ਦੇ, ਇਹ ਸੰਸਾਰ ਸਮੁੰਦਰ ਜਿਹੜਾ ਇਹਦੇ ਵਿੱਚ ਫਸਿਆ ਹੋਇਆ। ਤੇ ਮੱਖਣ ਸ਼ਾਹ ਨੇ ਬੇਨਤੀ ਕਰਕੇ ਆਪਣਾ ਪਾਰਲੇ ਕਿਨਾਰੇ ਲਾ ਲਿਆ ਤੇ ਸਾਨੂੰ ਸਿੱਖਿਆ ਇਹ ਹੈ ਵੀ ਅਸੀਂ ਵੀ ਅਰਦਾਸ ਕਰ ਲਈਏ। ਮੱਖਣ ਸ਼ਾਹ ਨੂੰ ਗੁਰੂ ਲੱਭ ਪਿਆ ਤੇ ਅਸੀਂ ਵੀ ਲੱਭ ਲਈਏ। ਅਸੀਂ ਵੀ ਐਸੇ ਗੁਰੂ ਦੇ ਲੜ ਲੱਗ ਜਾਈਏ ਜਿਹੜਾ ਲੋਕ ਤੇ ਪਰਲੋਕ ਦਾ ਸਹਾਈ ਹੈ, ਜਿਹੜਾ ਸਾਡਾ ਹਰ ਥਾਂ ਤੇ ਸਹਾਇਤਾ ਕਰਨ ਵਾਲਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਨ੍ਹਾਂ ਦੀ ਮਹਿਮਾ ਕਰਦਿਆਂ ਹੋਇਆਂ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਬਚਨ ਲਿਖੇ ਹਨ। ਹਾਦਰ ਹੋਤ ਜਹਾਂ ਸਿਮਰੇ, ਸੁਖ ਸਾਗਰ ਜਾਹੇ ਪਿਖੇ ਸੁਰ ਸਾਦਰ। ਸਾਧ ਰਚੇ ਇੱਕ ਆਤਮ ਗਿਆਨ, ਵੱਡੀ ਵਿਸ਼ਿਆ ਤਪ ਕੋ ਵੱਡ ਬਾਦਰ। ਬਾਦ ਰਹਿ ਸਿੱਖ ਹੋਇ ਨਰ ਜੋ, ਜਿਨ ਜਾਣਿਓ ਨਹੀਂ ਜੋ ਇਹੀ ਜਗ ਕਾਦਰ। ਕਾ ਦਰ ਹੈ ਜਮ ਕੋ ਤਿਨ ਭੀਤਰ, ਅੰਤ ਭਜੇ ਗੁਰੂ ਤੇਗ ਬਹਾਦਰ। ਕਵੀ ਜੀ ਕਹਿੰਦੇ ਹਨ ਕਿ ਜਿੱਥੇ ਵੀ ਕੋਈ ਯਾਦ ਕਰ ਲਵੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉੱਥੇ ਹੀ ਸਹਾਇਤਾ ਕਰਦੇ ਆ। ਸੁੱਖਾਂ ਦੇ ਸਮੁੰਦਰ ਹਨ ਗੁਰੂ ਤੇਗ ਬਹਾਦਰ ਸਾਹਿਬ। ਦੇਵੀ ਦੇਵਤੇ ਜਿਨ੍ਹਾਂ ਅੱਗੇ ਹੱਥ ਜੋੜ ਕੇ ਖੜੇ ਰਹਿੰਦੇ ਆ। ਜਿਹੜੀ ਵਿਸ਼ਿਆਂ ਦੀ ਧੁੱਪ ਹੈ ਉਹਨੂੰ ਬੱਦਲ ਵਾਂਗੂ ਖਤਮ ਕਰ ਦਿੰਦੇ ਆ। ਜਿਵੇਂ ਬੱਦਲ ਆਉਂਦੇ ਆ ਤੇ ਧੁੱਪ ਖਤਮ ਹੋ ਜਾਂਦੀ ਹੈ। ਜਿੰਨੇ ਸਾਡੇ ਅੰਦਰ ਵਿਸ਼ੇ ਵਿਕਾਰ ਨੇ ਉਹਨਾਂ ਨੂੰ ਬੱਦਲ ਵਾਂਗੂ ਆ ਕੇ ਖਤਮ ਕਰ ਦਿੰਦੇ ਆ। ਆਤਮਿਕ ਗਿਆਨ ਜਿਹੜਾ ਉਹਨੂੰ ਬਖਸ਼ਣ ਵਾਲੇ ਹਨ। ਤੇ ਕਵੀ ਜੀ ਕਹਿੰਦੇ ਹਨ ਕਿ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਵਸੇ ਆ, ਉਹਨਾਂ ਨੂੰ ਜਮਾਂ ਦਾ ਡਰ ਨਹੀਂ, ਉਹਨਾਂ ਦੇ ਸਾਰੇ ਡਰ ਦੂਰ ਹੋ ਜਾਂਦੇ। ਐਸੇ ਮਹਾਨ ਪਰਉਪਕਾਰੀ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਨ੍ਹਾਂ ਦਾ 400 ਸਾਲਾ ਆਪਾਂ ਮਨਾ ਰਹੇ ਹਾਂ। ਸੋ ਹੁਣ ਜੋ ਸਤਿਗੁਰਾਂ ਨੇ ਮੁੱਖ ਵਾਕ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ, ਇਸ ਦੀ ਵਿਚਾਰ ਦੇ ਨਾਲ ਜੁੜਨ ਦੇ ਯਤਨ ਕਰੀਏ। ਸਾਰੀ ਸੰਗਤ ਪ੍ਰੇਮ ਦੇ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰਪੂਰਾ ਭੇਟਿਓ ਵਡਭਾਗੀ, ਮਨ ਹੈ ਭਇਆ ਪਰਗਾਸਾ। ਸੋਰਠ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸਹਿਨਸ਼ੀਲਤਾ ਦੀ ਹੱਦ, ਸ਼ਾਂਤੀ ਦੇ ਸੋਮੇ, ਨਾਮ ਬਾਣੀ ਦੇ ਜਹਾਜ਼ ਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਹਨ। ਗੁਰਪੂਰਾ ਭੇਟਿਓ ਵਡਭਾਗੀ, ਮਨ ਹੈ ਭਇਆ ਪ੍ਰਗਾਸਾ। ਸਤਿਗੁਰੂ ਜੀ ਕਹਿੰਦੇ ਜਦੋਂ ਪੂਰਾ ਗੁਰੂ ਭੇਟਿਓ ਦਾ ਅਰਥ ਹੁੰਦਾ ਮਿਲਾਪ ਹੋਣਾ। ਇਹ ਇੱਕ ਇਲਾਕੇ ਦੀ ਹਰਿਆਣੇ ਦੇ ਅੰਦਰ ਬੋਲੀ ਹੈ। ਆਪਾਂ ਕਹਿੰਦੇ ਆ ਕਿ ਮੈਂ ਫਲਾਣੇ ਨੂੰ ਮਿਲਿਆ, ਉਹ ਕਹਿੰਦੇ ਆ ਮੇਰੀ ਫਲਾਣੇ ਦੇ ਨਾਲ ਭੇਂਟ ਹੋ ਗਈ, ਭਾਵ ਕਿ ਮਿਲਾਪ ਹੋ ਗਿਆ। ਭੇਟਿਓ ਦਾ ਅਰਥ ਹੁੰਦਾ ਮਿਲਣਾ, ਇੱਕ ਦੂਜੇ ਦੇ ਨਾਲ ਮਿਲਾਪ ਹੋਣਾ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਵੱਡਿਆਂ ਭਾਗਾਂ ਵਾਲਿਆਂ ਨੂੰ ਪੂਰਾ ਗੁਰੂ ਮਿਲ ਪਿਆ, ਮਨ ਹੈ ਭਇਆ ਪ੍ਰਗਾਸਾ। ਉਹਨਾਂ ਦੇ ਮਨ ਦੇ ਵਿੱਚ ਪ੍ਰਗਾਸਾ ਦਾ ਅਰਥ ਹੁੰਦਾ ਖੇੜਾ, ਆਨੰਦ, ਖੁਸ਼ੀ ਪੈਦਾ ਹੋ ਗਈ। ਜਿਵੇਂ ਮੱਖਣ ਸ਼ਾਹ ਲੁਬਾਣੇ ਦੇ ਅੰਦਰ ਹੋਈ। ਬਾਹਰ 22 ਮੰਜੀਆਂ ਲੱਗੀਆਂ ਤੇ ਬੜਾ ਦੁਖੀ ਹੋਇਆ ਵੀ ਸੱਚਾ ਗੁਰੂ ਕਿੱਥੋਂ ਲੱਭੇ ਹੁਣ, ਇਹ ਤੇ ਸਾਰੇ ਨਕਲੀ ਹੈ, ਸਾਰੇ ਪਖੰਡੀ ਹੈ। ਤੇ ਅੱਜ ਤੋਂ 400 ਸਾਲ ਪਹਿਲਾਂ ਦੀ ਗੱਲ ਹੈ, ਜਿਹਨੂੰ ਆਪਾਂ ਕਹਿ ਦਿੰਨੇ ਆ ਵੀ ਉਹ ਜ਼ਮਾਨਾ ਬੜਾ ਚੰਗਾ ਸੀ, ਅੱਜ ਕਲਯੁਗ ਬੜਾ ਹੈ। ਜੇ ਉਦੋਂ 22 ਲੱਗ ਸਕਦੀਆਂ ਤੇ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਕਿੰਨੀਆਂ ਕੁ ਲੱਗੀਆਂ ਹੋਣਗੀਆਂ। ਥਾਂ ਥਾਂ ਤੇ ਨੇ, ਥਾਂ ਥਾਂ ਤੇ ਜਿਵੇਂ ਭਾਦੋਂ ਦੀਆਂ ਖੁੰਬਾਂ ਨਿਕਲਦੀਆਂ, ਇਦਾਂ ਗੁਰੂ ਬਣਦੇ ਅੱਜ ਕੱਲ੍ਹ। ਪਰ ਸਤਿਗੁਰੂ ਜੀ ਕਹਿੰਦੇ ਜਿੰਨਾ ਚਿਰ ਪੂਰਾ ਗੁਰੂ ਨਹੀਂ ਨਾ ਮਿਲਦਾ, ਉਹਨਾਂ ਚਿਰ ਮਨ ਨੂੰ ਤ੍ਰਿਪਤੀ ਤੇ ਸ਼ਾਂਤੀ ਨਹੀਂ ਆਉਂਦੀ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਇੱਥੇ ਬਚਨ ਕਰਦੇ ਆ, ਗੁਰ ਪੂਰਾ ਭੇਟਿਓ ਵਡਭਾਗੀ।
ਉਹ ਵੱਡਿਆਂ ਭਾਗਾਂ ਵਾਲੇ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਪੈਂਦਾ। ਮਨਹਿ ਭਇਆ ਪ੍ਰਗਾਸਾ, ਉਹਨਾਂ ਦੇ ਮਨ ਦੇ ਵਿੱਚ ਪ੍ਰਗਾਸਾ ਦਾ ਅਰਥ ਪ੍ਰਕਾਸ਼, ਗਿਆਨ, ਰੌਸ਼ਨੀ। ਇਹ ਉਹਨਾਂ ਦੇ ਮਨ ਦੇ ਵਿੱਚ ਆਤਮਿਕ ਗਿਆਨ ਦਾ ਜਿਹੜਾ ਚਾਨਣ ਹੈ, ਰੌਸ਼ਨੀ ਹੈ, ਇਹ ਹੋ ਜਾਂਦੀ ਹੈ। ਕੋਇ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਭਰਵਾਸਾ। ਸਤਿਗੁਰੂ ਜੀ ਬਚਨ ਕਰਦੇ ਹਨ, ਕੋਇ ਨਾ ਪਹੁੰਚਣ ਹਾਰਾ ਦੂਜਾ, ਆਪਣੇ ਗੁਰੂ ਦੇ ਬਰਾਬਰ, ਉਹਦੇ ਤੁੱਲ ਹੋਰ ਕੋਈ ਦੂਸਰਾ ਪਹੁੰਚ ਨਹੀਂ ਸਕਦਾ। ਸਿੱਖ ਨੂੰ ਆਪਣੇ ਗੁਰੂ ਦੇ ਬਰਾਬਰ ਹੋਰ ਕਿਸੇ ਨੂੰ ਵੇਖਣਾ ਵੀ ਨਹੀਂ ਚਾਹੀਦਾ। ਇਹ ਵੀ ਇੱਕ ਤਰ੍ਹਾਂ ਦਾ ਗੁਨਾਹ ਹੀ ਹੈ। ਸਿੱਖ ਆਪਣੇ ਜੀਵਨ ਦੇ ਵਿੱਚ ਆਪਣੀ ਭਾਵਨਾ ਗੁਰੂ ਤੇ ਰੱਖਦਾ ਤੇ ਗੁਰੂ ਦੇ ਬਰਾਬਰ ਕਿਸੇ ਹੋਰ ਦੂਜੇ ਨੂੰ ਨਹੀਂ ਵੇਖਦਾ, ਤੇ ਨਾ ਕੋਈ ਗੁਰੂ ਦੇ ਬਰਾਬਰ ਪਹੁੰਚ ਹੀ ਸਕਦਾ। ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਆਉਂਦੇ ਹਨ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰ ਸਮਰੱਥ ਗੁਰ ਕਰਨਹਾਰ, ਗੁਰੂ ਦੇ ਬਰਾਬਰ ਹੋਰ ਕੋਈ ਛੈ ਨਹੀਂ ਸੰਸਾਰ ਦੇ ਵਿੱਚ, ਨਾ ਕੋਈ ਗੁਰੂ ਦੀ ਬਰਾਬਰਤਾ ਕਰ ਹੀ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਕੋਏ ਨਾ ਪਹੁੰਚਣ ਹਾਰਾ ਦੂਜਾ, ਗੁਰੂ ਦੇ ਤੁੱਲ, ਗੁਰੂ ਦੇ ਬਰਾਬਰ ਕੋਈ ਹੋਰ ਦੂਸਰਾ ਪਹੁੰਚ ਨਹੀਂ ਸਕਦਾ। ਆਪਣੇ ਸਾਹਿਬ ਕਾ ਪ੍ਰਵਾਸਾ, ਜਿਨ੍ਹਾਂ ਦਾ ਆਪਣੇ ਸਾਹਿਬ ਤੇ ਏਦਾਂ ਪ੍ਰਵਾਸਾ ਦਾ ਅਰਥ ਭਰੋਸਾ ਹੈ, ਜਿਨ੍ਹਾਂ ਦਾ ਆਪਣੇ ਮਾਲਕ ਤੇ ਏਦਾਂ ਯਕੀਨ ਹੈ, ਉਹ ਕਿਸੇ ਹੋਰ ਦੂਜੇ ਨੂੰ ਆਪਣੇ ਗੁਰੂ ਦਾ ਦਰਜਾ ਨਹੀਂ ਦਿੰਦੇ, ਉਹਦੇ ਬਰਾਬਰ ਨਹੀਂ ਜਾਣਦੇ। ਆਪਣੇ ਸਤਿਗੁਰ ਕੈ ਬਲਿਹਾਰੈ। ਸਤਿਗੁਰੂ ਜੀ ਬਚਨ ਕਰਦੇ ਹਨ, ਅਸੀਂ ਆਪਣੇ ਸਤਿਗੁਰੂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਅਸੀਂ ਆਪਣੇ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ, ਧੰਨ ਗੁਰੂ ਅਮਰਦਾਸ, ਧੰਨ ਗੁਰੂ ਰਾਮਦਾਸ, ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਅਸੀਂ ਐਸੇ ਸਤਿਗੁਰਾਂ ਤੋਂ ਬਲਿਹਾਰ ਤੇ ਕੁਰਬਾਨ ਜਾਂਦੇ ਹਾਂ। ਆਗੈ ਸੁਖ ਪਾਛੈ ਸੁਖ ਸਹਜਾ, ਘਰ ਆਨੰਦ ਹਮਾਰਾ। ਸਤਿਗੁਰੂ ਜੀ ਕਹਿੰਦੇ, ਜਿਸ ਗੁਰੂ ਦੇ ਲੜ ਲੱਗ ਕੇ ਆਗੈ ਸੁਖ, ਅੱਗੇ ਤੋਂ ਭਾਵ ਪ੍ਰਲੋਕ ਦਾ, ਅੱਗੇ ਤੋਂ ਭਾਵ ਸਾਡੇ ਅਗਲੇ ਜੀਵਨ ਦਾ, ਜਿਹੜਾ ਅਸੀਂ ਦੇਖਿਆ ਨਹੀਂ, ਆਉਣ ਵਾਲਾ ਜੀਵਨ, ਕੱਲ ਨੂੰ ਕੀ ਹੋ ਜਾਣਾ, ਪਰਸੋਂ ਕੀ ਹੋ ਜਾਣਾ, ਸਾਨੂੰ ਨਹੀਂ ਪਤਾ। ਸਤਿਗੁਰੂ ਜੀ ਕਹਿੰਦੇ, ਜਿਸ ਗੁਰੂ ਦੇ ਲੜ ਲੱਗ ਕੇ ਆਗੈ ਸੁਖ, ਪਾਛੈ ਸੁਖ ਸਹਿਜਾ, ਅੱਗੇ ਪ੍ਰਲੋਕ ਦੇ ਵਿੱਚ ਵੀ ਜਿਸ ਗੁਰੂ ਨੇ ਸਾਨੂੰ ਸੁਖ ਬਖਸ਼ਿਆ ਹੈ, ਪਿੱਛੇ ਪ੍ਰਲੋਕ ਦੇ ਇਸ ਲੋਕ ਦੇ ਵਿੱਚ ਵੀ ਸੁਖ ਬਖਸ਼ਿਆ ਤੇ ਸਹਿਜ ਬਖਸ਼ਿਆ। ਸੁਖ ਕਿੱਥੇ ਹੈ? ਸਹਿਜ ਦੇ ਵਿੱਚ। ਜੇ ਸਹਿਜ ਅਵਸਥਾ ਨਹੀਂ ਹੈ ਤੇ ਸੁਖ ਨਹੀਂ ਹੈ। ਜਿਹੜਾ ਸੁਖ ਹੈ ਉਹ ਸਹਿਜ ਅਵਸਥਾ, ਆਤਮਿਕ ਅਡੋਲ ਅਵਸਥਾ ਦੇ ਅੰਦਰ ਹੈ, ਤੇ ਇਹ ਜਿਹੜੀ ਅਵਸਥਾ ਹੈ ਇਹ ਗੁਰੂ ਪਾਸੋਂ ਪ੍ਰਾਪਤ ਹੁੰਦੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਅੱਗੇ ਪ੍ਰਲੋਕ ਦੇ ਵਿੱਚ ਵੀ ਜਿਸ ਗੁਰੂ ਨੇ ਸੁਖ ਬਖਸ਼ਿਆ, ਇਸ ਲੋਕ ਦੇ ਵਿੱਚ ਵੀ ਸੁਖ ਬਖਸ਼ਿਆ। ਘਰ ਆਨੰਦ ਹਮਾਰਾ, ਤੇ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਵੀ ਆਨੰਦ ਤੇ ਖੇੜਾ ਬਣਾ ਦਿੱਤਾ। ਸਾਡਾ ਜਿਹੜਾ ਹਿਰਦਾ ਹੈ ਉਹ ਵੀ ਆਨੰਦ ਦੇ ਸਹਿਤ ਹੋ ਗਿਆ, ਖੇੜੇ ਦੇ ਸਹਿਤ ਹੋ ਗਿਆ। ਅੰਤਰਜਾਮੀ ਕਰਨੈ ਹਾਰਾ, ਸੋਈ ਖਸਮ ਹਮਾਰਾ। ਸਤਿਗੁਰੂ ਜੀ ਕਹਿੰਦੇ, ਸਾਡਾ ਖਸਮ, ਸਾਡਾ ਮਾਲਕ ਕਿੱਦਾਂ ਦਾ ਹੈ? ਅੰਤਰਜਾਮੀ, ਅੰਦਰ ਦੀਆਂ ਜਾਣਨ ਵਾਲਾ। ਮੱਖਣ ਸ਼ਾਹ ਲਬਾਣੇ ਨੇ ਕਿੱਥੇ ਬੇਨਤੀ ਕੀਤੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਕਿੱਥੇ ਯਾਦ ਸੁਣਦੇ। ਇਹ ਗੁਰੂ ਘਰ ਦੇ ਅੰਦਰ ਐਸੀਆਂ ਬੇਅੰਤ ਮਿਸਾਲਾਂ ਹਨ। ਅੰਤਰਜਾਮੀ ਗੁਰੂ ਸਾਡਾ ਅੰਤਰਜਾਮੀ ਹੈ, ਅੰਦਰ ਦੀਆਂ ਜਾਣਦਾ। ਅਣ ਬੋਲੇ ਕੋ ਤੁਹੀਂ ਪਛਾਨੈ, ਜੋ ਜੀਵਨ ਮੈਂ ਹੋਤਾ। ਬਿਨਾਂ ਬੋਲਿਆਂ ਤੋਂ ਗੁਰੂ ਸਾਡੀਆਂ ਅੰਦਰ ਦੀਆਂ ਜਾਣਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਅੰਤਰਜਾਮੀ ਕਰਨੈ ਹਾਰਾ। ਫਿਰ ਸਭ ਕੁਝ ਕਰਨ ਕਰਾਉਣ ਵਾਲਾ ਵੀ ਹੈ। ਜਿੰਨੇ ਇਹ ਸੰਸਾਰ ਦੇ ਰਚਨਾ ਦੇ ਕਾਰਜ ਹਨ, ਕਾਰਨ ਹਨ, ਉਹਨਾਂ ਨੂੰ ਪੈਦਾ ਕਰਨ ਵਾਲਾ, ਬਣਾਉਣ ਵਾਲਾ, ਸਾਜਣ ਵਾਲਾ, ਸਵਾਰਨ ਵਾਲਾ, ਸਾਡੇ ਆਤਮਿਕ ਜੀਵਨ ਨੂੰ ਬਣਾਉਣ ਵਾਲਾ, ਉਹਦੇ ਵਿੱਚ ਖੁਸ਼ੀਆਂ ਤੇ ਖੇੜੇ ਭਰਨ ਵਾਲਾ। ਇਸ ਕਰਕੇ ਸੋਈ ਖਸਮ ਹਮਾਰਾ, ਉਹੀ ਸਾਡਾ ਸਿਰ ਦਾ ਮਾਲਕ, ਅਸਲੀ ਸਾਡਾ ਸੁਆਮੀ ਉਹੀ ਹੈ ਜੋ ਅੰਤਰਜਾਮੀ ਵੀ ਹੈ ਤੇ ਸਭ ਕੁਝ ਕਰਨ ਵਾਲਾ ਵੀ ਹੈ। ਨਿਰਭਉ ਭਏ ਗੁਰ ਚਰਣੀ ਲਾਗੇ, ਇਕ ਰਾਮ ਨਾਮ ਆਧਾਰਾ। ਸਤਿਗੁਰੂ ਜੀ ਕਹਿੰਦੇ, ਜਦੋਂ ਗੁਰੂ ਦੇ ਪਾਸੋਂ ਇੱਕ ਰਾਮ ਦੇ ਨਾਮ ਦਾ
ਆਸਰਾ ਲੈ ਲਿਆ ਤੇ ਨਿਰਭਉ ਭਏ। ਫਿਰ ਸਾਡੇ ਜੀਵਨ ਦੇ ਵਿੱਚੋਂ ਡਰ ਖਤਮ ਹੋ ਗਿਆ, ਅਸੀਂ ਨਿਰਭਉ ਹੋ ਗਏ। ਜਿਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਾਸ ਕਸ਼ਮੀਰੀ ਪੰਡਤ ਚੱਲ ਕੇ ਆਏ, ਡਰਦੇ ਸਹਿਤ ਆਏ, ਸਹਿਮ ਦੇ ਵਿੱਚ ਆਏ ਵੀ ਸਾਡਾ ਧਰਮ ਸੰਕਟ ਦੇ ਵਿੱਚ ਹੈ, ਕੋਈ ਬਾਂਹ ਨਹੀਂ ਫੜਦਾ। ਬੜੇ ਦੇਵੀ ਦੇਵਤੇ ਅਰਾਧ ਲਏ ਆ, ਬੜੀਆਂ ਆਰਤੀਆਂ ਕਰ ਲਈਆਂ, ਬੜਾ ਕੁਝ ਕਰ ਲਿਆ, ਮੰਤਰ ਪੜ੍ਹ ਲਏ ਆ, ਪਰ ਕੋਈ ਨਹੀਂ ਬੋੜਦਾ, ਕੋਈ ਸਹਾਇਤਾ ਨਹੀਂ ਕਰਦਾ। ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਾਸ ਆਏ ਤੇ ਸਤਿਗੁਰਾਂ ਨੇ ਜਦੋਂ ਇਹ ਬਚਨ ਕੀਤੇ ਕਿ ਔਰੰਗਜ਼ੇਬ ਨੂੰ ਜਾ ਕੇ ਇਹ ਗੱਲ ਕਹਿ ਦਿਓ ਕਿ ਸਾਡਾ ਗੁਰੂ ਹੈ, ਜੇ ਉਹ ਮੁਸਲਮਾਨ ਬਣ ਜਾਏ ਅਸੀਂ ਆਪੇ ਬਣ ਜਾ। ਇਹਨਾਂ ਨੂੰ ਧੀਰਜ ਆ ਗਿਆ, ਡਰ ਖਤਮ ਹੋ ਗਿਆ ਇਹਨਾਂ ਦਾ ਡਰ ਕੋਈ ਖਤਮ ਕਰ ਨਹੀਂ ਸੀ ਸਕਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਕਿ ਅੱਜ ਤੱਕ ਇਹਨਾਂ ਦਾ ਡਰ ਖਤਮ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਨਿਰਭਉ ਭਏ ਗੁਰ ਚਰਨੀ ਲਾਗੇ। ਜਿਹੜੇ ਗੁਰੂ ਦੇ ਚਰਨੀ ਲੱਗ ਜਾਂਦੇ ਉਹਨਾਂ ਦੇ ਡਰ ਖਤਮ ਹੋ ਜਾਂਦੇ ਆ। ਨਾ ਜਮਾਂ ਦੇ ਡਰ ਰਹਿੰਦੇ ਆ, ਨਾ ਮੌਤ ਦੇ ਡਰ ਰਹਿੰਦੇ ਆ, ਨਾ ਨਰਕਾਂ ਦੀ ਅੱਗ ਦੇ ਡਰ ਰਹਿੰਦੇ ਆ। ਕਿਸੇ ਪ੍ਰਕਾਰ ਦਾ 7 ਤਰ੍ਹਾਂ ਦੇ ਡਰ ਮੰਨੇ ਆ ਵਿਦਵਾਨਾਂ ਨੇ। ਯਹ ਭੈ ਪਰਲੋਕ ਭੈ ਜਨਮ ਵੇਦਨਾ ਜਾਤ, 7 ਤਰ੍ਹਾਂ ਦਾ ਡਰ ਮੰਨਿਆ। ਰਹੋ ਵਿਚਾਰ, ਸਤਿਗੁਰੂ ਜੀ ਕਹਿੰਦੇ ਹਨ ਜਿਹੜੇ ਗੁਰੂ ਦੇ ਚਰਨੀ ਲੱਗ ਜਾਂਦੇ ਆ ਉਹ ਡਰ ਤੋਂ ਰਹਿਤ ਹੋ ਜਾਂਦੇ ਆ। ਇੱਕ ਰਾਮ ਨਾਮ ਆਧਾਰਾ, ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਇੱਕ ਰਾਮ ਦੇ ਨਾਮ ਨੂੰ ਹੀ ਆਧਾਰ ਤੇ ਆਸਰਾ ਬਣਾ ਲਿਆ ਹੈ। ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਭੀ ਹੋਵਨ ਹਾਰਾ। ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ, ਜਿਹੜਾ ਕਾਲ ਤੋਂ ਰਹਿਤ, ਮੂਰਤ ਕਹੀਏ ਸਰੂਪ ਵਾਲਾ ਹੈ, ਤੇ ਪ੍ਰਭ ਜਿਹੜਾ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਐਸਾ ਜੋ ਪਰਮੇਸ਼ਰ ਵਾਹਿਗੁਰੂ ਹੈ ਉਹਦੇ ਦਰਸ਼ਨ ਜਿਹੜੇ ਹਨ ਉਹ ਸਫਲ ਸਹਿਤ ਫਲਦੇ ਹੈ। ਜਿਹੜਾ ਗਿਆਨ ਰੂਪੀ ਫਲ ਹੈ, ਜਿਹੜਾ ਜੀਵਨ ਦੀ ਸਫਲਤਾ ਰੂਪੀ ਫਲ ਹੈ, ਇਹ ਅਕਾਲ ਮੂਰਤ ਪ੍ਰਭ ਜਿਹੜਾ ਕਾਲ ਤੋਂ ਰਹਿਤ ਹੈ। ਕਾਲ ਨਾਮ ਮੌਤ ਦਾ ਵੀ ਹੁੰਦਾ, ਕਾਲ ਨਾਮ ਸਮੇਂ ਦਾ ਵੀ ਹੁੰਦਾ। ਜਿਹੜਾ ਨਾ ਸਮੇਂ ਦੇ ਅਧੀਨ ਹੈ, ਨਾ ਜਿਹੜਾ ਮੌਤ ਦੇ ਅਧੀਨ ਹੈ। ਅਸੀਂ ਮੌਤ ਅਧੀਨ ਵੀ ਹਾਂ, ਸਮੇਂ ਅਧੀਨ ਵੀ ਹਾਂ। ਸਮਾਂ ਪਾ ਕੇ ਸਾਡਾ ਸਰੀਰ ਬਚਪਨ 'ਚ, ਜਵਾਨੀ 'ਚ, ਬੁਢੇਪੇ 'ਚ, ਅਖੀਰ ਨੂੰ ਕਾਲ। ਪਰ ਉਹ ਪਰਮੇਸ਼ਰ ਐਸਾ ਨਹੀਂ ਹੈ, ਉਹ ਅਕਾਲ ਮੂਰਤ ਹੈ। ਕਾਲ ਤੋਂ ਰਹਿਤ ਉਹਦਾ ਮੂਰਤ ਕਹੀਏ ਸਰੂਪ ਹੈ, ਤੇ ਪ੍ਰਭ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਤੇ ਸਫਲ ਦਰਸ਼ਨ, ਉਹਦਾ ਜਿਹੜਾ ਦਰਸ਼ਨ ਕਰਨਾ ਉਹ ਸਹਿਤ ਫਲਦੇ ਹੈ ਭੀ ਹੋਵਨ ਹਾਰਾ। ਫਿਰ ਉਹ ਹੈ ਵੀ ਤੇ ਹੋਣ ਵਾਲਾ ਵੀ ਹੈ। ਹੈ ਤੋਂ ਭਾਵ ਕੀ ਹੈ? ਵਰਤਮਾਨ, ਤੇ ਭੀ ਹੋਵਨ ਹਾਰਾ ਅੱਗੇ ਆਉਣ ਵਾਲਾ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਐਸਾ ਪਰਮੇਸ਼ਰ ਵਾਹਿਗੁਰੂ ਜੋ ਹੈ ਉਹਦੇ ਲੜ ਲੱਗ ਕੇ ਉਹਦੇ ਦਰਸ਼ਨ ਕਰਕੇ ਜੀਵਨ ਦੀ ਸਫਲਤਾ ਹੋ ਜਾਂਦੀ ਹੈ। ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ। ਸਤਿਗੁਰੂ ਜੀ ਬਚਨ ਕਰਦੇ ਹਨ ਉਹ ਪਰਮੇਸ਼ਰ ਵਾਹਿਗੁਰੂ ਆਪਣੇ ਜਿਹੜੇ ਜਨ ਹਨ, ਭਗਤ ਹਨ, ਉਹਨਾਂ ਨੂੰ ਕੰਠ ਲਗਾਏ, ਆਪਣੇ ਹਿਰਦੇ ਰੂਪੀ ਅਭੇਦ ਨਿਸ਼ਚੇ ਰੂਪੀ ਕੰਠ ਦੇ ਨਾਲ ਲਾ ਕੇ ਰੱਖਦਾ। ਉਹਦਾ ਪਰਮੇਸ਼ਰ ਦਾ ਕੰਠ ਕੀ ਹੈ? ਅਭੇਦਤਾ, ਭਾਵ ਕਿ ਉਹਦੇ 'ਚ ਇੱਕ ਰੂਪ ਹੋ ਜਾਣਾ, ਮਿਲ ਜਾਣਾ, ਉਹਦੇ ਤੋਂ ਜੁਦੇ ਨਾ ਰਹਿਣਾ। ਆਤਮਾ ਦੀ ਪ੍ਰਮਾਤਮਾ 'ਚ ਲੀਨਤਾ ਹੋ ਜਾਣੀ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਐਸੀ ਜਿਹੜੀ ਅਵਸਥਾ ਹੈ ਉਹ ਪਰਮੇਸ਼ਰ ਵਾਹਿਗੁਰੂ ਆਪਣੇ ਭਗਤਾਂ ਨੂੰ ਬਖਸ਼ਦਾ। ਉਹਨਾਂ ਨੂੰ ਆਪਣੇ ਕੰਠ ਦੇ ਨਾਲ, ਆਪਣੇ ਗਲ ਦੇ ਨਾਲ ਲਾ ਕੇ ਰੱਖਦਾ ਤੇ ਉਹਨਾਂ ਦੀ ਰੱਖਿਆ ਕਰਦਾ। ਆਪਣੀ ਪ੍ਰੀਤ ਪਿਆਰਾ, ਤੇ ਆਪਣੇ ਭਗਤਾਂ ਦੇ ਨਾਲ ਉਹਦੀ ਐਸੀ ਪ੍ਰੀਤੀ ਤੇ ਪਿਆਰ ਹੁੰਦਾ ਹੈ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ। ਸਤਿਗੁਰੂ ਜੀ ਬਚਨ ਕਰਦੇ ਹਨ ਐਸੇ ਗੁਰੂ ਦੀ ਵੱਡੀ ਵਡਿਆਈ। ਉਸ ਪਰਮੇਸ਼ਰ ਵਾਹਿਗੁਰੂ ਦਾ ਸਰਗੁਣ ਸਰੂਪ ਜੋ ਗੁਰੂ ਹੈ ਉਹਦੀ ਵਡਿਆਈ ਵੱਡੀ ਹੈ। ਅਚਰਜ ਸੋਭਾ, ਉਹਦੀ ਸੋਭਾ ਵੀ ਅਚਰਜ ਹੈ। ਕਾਰਜ ਆਇਆ ਰਾਸੇ, ਜਿਹੜੇ ਐਸੇ ਗੁਰੂ ਦੇ ਲੜ ਲੱਗ ਜਾਂਦੇ ਉਹਨਾਂ ਦੇ ਸਾਰੇ ਕਾਰਜ ਹੀ ਰਾਸ ਹੋ ਜਾਂਦੇ, ਸਿੱਧ ਹੋ ਜਾਂਦੇ। ਗੁਰੂ ਦੀ ਵਡਿਆਈ ਵੱਡੀ ਹੈ, ਉਹਦੀ ਸੋਭਾ ਅਚਰਜ ਹੈ। ਕਥਨ ਦੇ ਵਿੱਚ ਨਹੀਂ ਆਉਂਦੀ। ਕਲਮਾਂ ਰੁਕ ਜਾਂਦੀਆਂ, ਕਾਗਜ਼ ਮੁੱਕ ਜਾਂਦੇ ਆ, ਵਿਦਵਾਨਾਂ ਦੀ ਬੁੱਧੀ ਕੰਮ ਕਰਨੋਂ ਹਟ ਜਾਂਦੀ ਹੈ। ਫਿਰ ਵੀ ਗੁਰੂ ਦੀ ਮਹਿਮਾ, ਗੁਰੂ ਦਾ ਜਸ, ਗੁਰੂ ਦੀ ਵਡਿਆਈ ਨਹੀਂ ਕੋਈ ਦੱਸ ਸਕਦਾ।
ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਵੱਡੀ ਵਡਿਆਈ ਅਚਰਜ ਸੋਭਾ। ਐਸੇ ਗੁਰੂ ਦੀ ਵਡਿਆਈ ਵੀ ਵੱਡੀ ਹੈ, ਸੋਭਾ ਵੀ ਅਚਰਜ ਤੋਂ ਅਚਰਜ ਹੈ। ਕਾਰਜ ਆਇਆ ਰਾਸੇ, ਜਿਹੜੇ ਐਸੇ ਗੁਰੂ ਦੇ ਲੜ ਲੱਗ ਜਾਂਦੇ ਐ, ਉਹਨਾਂ ਦੇ ਲੋਕ ਤੇ ਪਰਲੋਕ ਦੇ ਸਾਰੇ ਕਾਰਜ ਹੀ ਰਾਸ ਕਹੀਏ ਸਿੱਧ ਹੋ ਜਾਂਦੇ ਹਨ। ਨਾਨਕ ਕੋ ਗੁਰਪੂਰਾ ਭੇਟਿਓ, ਸਗਲੇ ਦੁਖ ਵਿਨਾਸੇ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਬਚਨ ਕਰਦੇ ਹਨ, ਨਾਨਕ ਕਉ ਗੁਰ ਪੂਰਾ ਭੇਟਿਓ। ਸਤਿਗੁਰੂ ਜੀ ਕਹਿੰਦੇ, ਜਿਨ੍ਹਾਂ ਨੂੰ ਪੂਰਾ ਗੁਰੂ ਭੇਟਿਓ ਕਿ ਇਹ ਮਿਲਾਪ ਹੋ ਗਿਆ। ਜੋ ਬਚਨ ਆਰੰਭ ਦੇ ਵਿੱਚ ਕੀਤੇ, ਗੁਰ ਪੂਰਾ ਭੇਟਿਓ ਵਡਭਾਗੀ, ਮਨਹਿ ਭਇਆ ਪ੍ਰਗਾਸਾ। ਅਖੀਰ ਤੇ ਸ਼ਬਦ ਦੀ ਸੰਪੂਰਨਤਾ ਤੇ ਵੀ ਸਤਿਗੁਰੂ ਜੀ ਉਹੀ ਬਚਨ ਕਰਦੇ ਐ, ਗੁਰ ਪੂਰਾ ਭੇਟਿਓ। ਜਿਨ੍ਹਾਂ ਨੂੰ ਪੂਰੇ ਗੁਰੂ ਦਾ ਮਿਲਾਪ ਹੋ ਗਿਆ, ਸਗਲੇ ਦੁਖ ਬਿਨਾਸੇ। ਉਹਨਾਂ ਦੇ ਸਾਰੇ ਦੁੱਖ ਜਿਹੜੇ ਐ ਉਹ ਬਿਨਾਸੇ ਕਹੀਏ ਨਾਸ ਹੋ ਜਾਂਦੇ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਪੂਰੇ ਗੁਰੂ ਹਨ,